ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕੌਰਵਾਂ ਦੇ ਕੋਲ ਗਏ ਤਾਂ ਬੋਲੇ, ਜੇ ਤੁਸੀਂ ਅੱਧਾ ਰਾਜ ਨਹੀਂ ਦੇ ਸਕਦੇ ਤਾਂ 5 ਪਿੰਡ ਦੇ ਦਿਓ। ਇੰਨਾ ਵੱਡਾ ਹਸਤਿਨਾਪੁਰ ਦਾ ਰਾਜ ਹੈ, ਇਹਦੇ 'ਚੋਂ 5 ਪਿੰਡ ਦੇਣਾ ਕੋਈ ਵੱਡੀ ਗੱਲ ਨਹੀਂ। ਮੈਂ ਪਾਂਡਵਾਂ ਨੂੰ ਮਨਾ ਲਵਾਂਗਾ। ਪਰ ਦੁਰਯੋਧਨ ਨੇ ਉੱਥੇ ਸ਼੍ਰੀ ਕ੍ਰਿਸ਼ਨ ਜੀ ਨੂੰ ਅਪਮਾਨਿਤ ਕੀਤਾ ਅਤੇ ਵਾਪਸ ਭੇਜ ਦਿੱਤਾ ਅਤੇ ਕਿਹਾ, ਪਾਂਡਵਾਂ ਨੂੰ 5 ਪਿੰਡ ਤਾਂ ਕੀ, ਸੂਈ ਦੀ ਨੋਕ ਦੇ ਬਰਾਬਰ ਵੀ ਜ਼ਮੀਨ ਨਹੀਂ ਦੇਵਾਂਗਾ। ਭਗਵਾਨ ਨੇ ਯੁਧਿਸ਼ਠਰ ਨੂੰ ਆ ਕੇ ਕਿਹਾ ਕਿ ਤੇਰੀ ਅੱਗੇ ਯੁੱਧ ਹੀ ਬਚਿਆ ਹੈ, ਨਹੀਂ ਤਾਂ ਤੇਰੇ ਕੋਲ ਕੁਝ ਨਹੀਂ ਬਚਦਾ। ਅਤੇ ਇੱਥੋਂ ਹੀ ਕਵਿਤਾ ਦੀਆਂ ਲਾਈਨਾਂ ਜਨਮ ਲੈਂਦੀਆਂ ਨੇ। ਇੱਕ ਤਸਵੀਰ ਬਣਾਉਂਦੇ ਹੋਏ ਕੁਰੂਕਸ਼ੇਤਰ ਦਾ ਮੈਦਾਨ ਹੈ, ਇੱਕ ਪਾਸੇ ਕੌਰਵਾਂ ਦੀ ਸੈਨਾ ਹੈ, ਇੱਕ ਪਾਸੇ ਪਾਂਡਵਾਂ ਦੀ ਸੈਨਾ ਹੈ। ਇੱਥੋਂ ਕਵਿਤਾ ਜਨਮ ਲੈਂਦੀ ਆ। ਤੀਰ ਤਲਵਾਰ ਲੈ ਕੇ ਪੈਦਲ ਸੈਨਿਕ ਕੁਰੂਕਸ਼ੇਤਰ 'ਚ ਖੜੇ ਹੋਏ, ਕਿੰਨੇ ਮਹਾਰਥੀ ਇੱਕ ਦੂਜੇ ਸਾਹਮਣੇ ਖੜੇ ਹੋਏ। ਕਈ ਲੱਖ ਸੈਨਾ ਅੱਗੇ ਪਾਂਡਵ 5 ਵਿਚਾਰੇ ਸੀ। ਇੱਕ ਪਾਸੇ ਸੀ ਯੋਧਾ, ਇੱਕ ਪਾਸੇ ਸਮੇਂ ਦੇ ਮਾਰੇ ਸੀ। ਮਹਾਂਸਮਰ ਦੀ ਪ੍ਰਤੀਕਸ਼ਾ 'ਚ ਸਾਰੇ ਦੇਖ ਰਹੇ ਸੀ ਅਤੇ ਭਾਰਤ ਦੇ ਰੱਥ ਨੂੰ ਖੁਦ ਕੇਸ਼ਵ ਹਾਂ ਕਰ ਰਹੇ ਸੀ। ਰਣ ਭੂਮੀ ਦੇ ਸਾਰੇ ਨਜ਼ਾਰੇ ਦੇਖਣ 'ਚ ਕੁਝ ਖਾਸ ਲੱਗੇ। ਮਾਧਵ ਨੇ ਅਰਜੁਨ ਨੂੰ ਦੇਖਿਆ, ਉਹਨਾਂ ਨੂੰ ਅਰਜੁਨ ਕੁਝ ਉਦਾਸ ਲੱਗੇ। ਕੁਰੂਕਸ਼ੇਤਰ ਦਾ ਮਹਾਂਸਮਰ ਇੱਕ ਪਲ 'ਚ ਹੀ ਸਜਾ ਦਿੱਤਾ। ਪੰਚਾਂ ਨੇ ਮੂੰਹ ਨਾਲ ਸ਼ੰਖ ਵਜਾ ਦਿੱਤਾ। ਹੋਇਆ ਸ਼ੰਖਨਾਦ ਤਾਂ ਸਭ ਦਾ ਗਰਜਣਾ ਸ਼ੁਰੂ ਹੋਇਆ, ਫਿਰ ਸਭ ਦਾ ਖੂਨ ਖੋਲ੍ਹਣਾ ਸ਼ੁਰੂ ਹੋਇਆ। ਕਿਹਾ ਮਾਧਵ ਨੇ ਉੱਠ ਭਾਰਤ, ਕਿਹਾ ਕੇਸ਼ਵ ਨੇ ਉੱਠ ਭਾਰਤ। ਇੱਕ ਅੱਖ ਬੰਦ ਕਰ, ਗਾਂਡੀਵ ਉੱਤੇ ਰੱਖ ਤੀਰ ਨੂੰ, ਪ੍ਰਤੀਕਸ਼ਾ ਨੂੰ ਖਿੱਚ ਚਲਾ। ਅੱਜ ਦਿਖਾ ਦੇ ਰਣ ਭੂਮੀ ਵਿੱਚ, ਅੱਜ ਦਿਖਾ ਦੇ ਰਣ ਭੂਮੀ ਵਿੱਚ ਯੋਧਾ ਦੀ ਤਾਕਤ ਇੱਥੇ। ਇਸ ਧਰਤੀ 'ਚ ਕੋਈ ਨਹੀਂ ਅਰਜੁਨ ਜਿਹਾ ਵੀਰ ਇੱਥੇ। ਸੁਣ ਕੇ ਗੱਲ ਮਾਧਵ ਜੀ ਦੀ ਅਰਜੁਨ ਦਾ ਚਿਹਰਾ ਉਤਰ ਗਿਆ। ਇੱਕ ਤੀਰ ਅੰਦਾਜ਼ ਦੀ ਵਿੱਦਿਆ ਮੰਨੋ ਜਿਵੇਂ ਕੋਈ ਚੂਹਾ ਕੁਤਰ ਗਿਆ। ਬੋਲੇ ਭਾਰਤ ਸੁਣੋ ਕਨਈਆ, ਜਿੰਨੇ ਵੀ ਇਹ ਸਾਹਮਣੇ ਖੜੇ ਹੋਏ ਨੇ, ਅਸੀਂ ਤਾਂ ਇਹਨਾਂ ਤੋਂ ਸਿੱਖ ਕੇ ਪੰਜੇ ਭਰਾ ਵੱਡੇ ਹੋਏ ਹਾਂ। ਇੱਧਰ ਖੜੇ ਬਾਬਾ ਭੀਸ਼ਮ ਨੇ ਮੈਨੂੰ ਗੋਦੀ 'ਚ ਖਿਡਾਇਆ ਆ। ਗੁਰੂ ਦਰੋਣ ਨੇ ਮੈਨੂੰ ਧਨੁਰਵਿਦਿਆ ਦਾ ਸਾਰਾ ਗਿਆਨ ਸਿਖਾਇਆ ਆ। ਸਾਰਿਆਂ ਭਰਾਵਾਂ ਨੂੰ ਪਿਆਰ ਦਿੱਤਾ ਕੁੰਤੀ ਮਾਂ ਸਾਡੀ ਨੇ, ਕਮੀ ਫਿਰ ਵੀ ਨਾ ਛੱਡੀ ਸੀ ਮਾਂ ਗੰਧਾਰੀ ਨੇ। ਇਹ ਜਿੰਨੇ ਵੀ ਗੁਰਜਨ ਇਕੱਠੇ ਹੋਏ ਨੇ ਸਾਰੇ ਪੂਜਾ ਦੇ ਸਮਾਨ ਨੇ। ਮੰਨਿਆ ਦੁਰਯੋਧਨ ਦੁਸ਼ਾਸਨ ਥੋੜ੍ਹੇ ਜਿਹੇ ਨਲਾਇਕ ਨੇ। ਮੈਂ ਅਪਰਾਧ ਮਾਫ਼ ਕਰਦਾ ਹਾਂ, ਮੈਂ ਅਪਰਾਧ ਮਾਫ਼ ਕਰਦਾ ਹਾਂ, ਬੇਸ਼ੱਕ ਅਸੀਂ ਹੀ ਛੋਟੇ ਹਾਂ। ਇਹ ਜਿੱਦਾਂ ਦੇ ਵੀ ਨੇ ਜਿਵੇਂ ਦੇ ਵੀ ਨੇ, ਆਖਿਰ ਮਾਧਵ ਸਭ ਤਾਊ ਦੇ ਮੁੰਡੇ ਨੇ। ਤੇ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਕਾਰਨ ਹਿੰਸਕ ਨਹੀਂ ਬਣਾਂਗਾ ਮੈਂ। ਇੰਦਰਪ੍ਰਸਥ ਦੇ ਇੰਨੇ ਵੱਡੇ ਰਾਜ ਨੂੰ ਇੱਕ ਧਰਮ ਤੋਂ ਭਟਕਿਆ ਯੋਧਾ ਅਰਜੁਨ ਇੱਕ ਜ਼ਮੀਨ ਦਾ ਟੁਕੜਾ ਦੱਸਦਾ ਆ ਕਿ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਲਈ ਹਿੰਸਕ ਨਹੀਂ ਬਣਾਂਗਾ ਮੈਂ। ਖੁਦ ਆਪਣੇ ਵੰਸ਼ ਦਾ ਅੰਤ ਨਹੀਂ ਬਣਾਂਗਾ ਮੈਂ। ਖੂਨ ਨਾਲ ਲਿਬੜੇ ਹੱਥਾਂ ਨੂੰ ਹੁੰਦਾ ਰਾਜ ਭੋਗ ਦਾ ਅਧਿਕਾਰ ਨਹੀਂ। ਪਰਿਵਾਰ ਮਾਰ ਕੇ ਗੱਦੀ ਮਿਲੇ ਤਾਂ ਰਾਜ ਸਿੰਘਾਸਨ ਸਵੀਕਾਰ ਨਹੀਂ। ਕਹਿ ਕੇ ਰੱਥ 'ਤੇ ਬੈਠ ਗਿਆ ਅਰਜੁਨ। ਮੂੰਹ ਮਾਧਵ ਤੋਂ ਮੋੜ ਦਿੱਤਾ, ਅੱਖਾਂ 'ਚ ਅੱਥਰੂ ਲਿਆ ਕੇ ਗਾਂਡੀਵ ਹੱਥ 'ਚੋਂ ਛੱਡ ਦਿੱਤਾ। ਗਾਂਡੀਵ ਹੱਥ 'ਚੋਂ ਸੁੱਟਿਆ ਜਦੋਂ ਮਾਧਵ ਵੀ ਕੁਝ ਹੈਰਾਨ ਹੋਏ ਸੀ। ਭਗਵਾਨ ਜੀ ਨੇ ਸੋਚਿਆ, ਇਹਨੇ ਤਾਂ ਬੇਇੱਜ਼ਤੀ ਕਰਵਾ ਦਿੱਤੀ, ਇਹਦੇ ਤੋਂ ਚੰਗਾ ਮੈਂ ਸ਼ੰਖਨਾਦ ਨਾ ਹੀ ਕਰਦਾ। ਭਗਵਾਨ ਨੇ ਸੋਚਿਆ ਕਿ ਇਹਦਾ ਸਭ ਕੁਝ ਜਾ ਰਿਹਾ, ਇਹ ਫਿਰ ਵੀ ਸੰਸਕਾਰਾਂ ਦੀ ਗੱਲ ਕਰ ਰਿਹਾ, ਕਿਤੇ ਨਾ ਕਿਤੇ ਇਹ ਮੇਰੇ ਹੀ ਸੰਸਕਾਰ ਹੈ। ਗਾਂਡੀਵ ਹੱਥ 'ਚੋਂ ਜਦੋਂ ਸੁੱਟਿਆ ਮਾਧਵ ਵੀ ਕੁਝ ਹੈਰਾਨ ਹੋਏ ਸੀ। ਸੀਸ ਭਾਰਤ 'ਤੇ ਗਰਵ ਹੋਇਆ, ਮਨ ਹੀ ਮਨ ਮੁਸਕਰਾਏ ਸੀ। ਮਨ ਵਿੱਚ ਸੋਚ ਲਿਆ, ਅਰਜੁਨ ਦੀ ਬੁੱਧੀ ਨਾ ਸਰਨ ਦੇਵਾਂਗਾ। ਰਣ ਭੂਮੀ 'ਚ ਅਰਜੁਨ ਨੂੰ ਕਮਜ਼ੋਰ ਨਹੀਂ ਪੈਣ ਦੇਵਾਂਗਾ। ਧਰਮ ਬਚਾਉਣ ਦੀ ਖਾਤਰ ਇੱਕ ਨਵਾਂ ਅਧਿਆਨ ਸ਼ੁਰੂ ਹੋਇਆ। ਇਹਦੇ ਤੋਂ ਬਾਅਦ ਜਗਤ ਗੁਰੂ ਦਾ ਗੀਤਾ ਗਿਆਨ ਸ਼ੁਰੂ ਹੋਇਆ। ਧਰਮ ਬਚਾਉਣ ਦੀ ਖਾਤਰ ਇੱਕ ਨਵਾਂ ਅਧਿਆਨ ਸ਼ੁਰੂ ਹੋਇਆ। ਇਹਦੇ ਤੋਂ ਬਾਅਦ ਜਗਤ ਗੁਰੂ ਦਾ ਗੀਤਾ ਗਿਆਨ ਸ਼ੁਰੂ ਹੋਇਆ। ਇੱਕ ਨਜ਼ਰ ਵਿੱਚ ਰਣ ਭੂਮੀ ਦੇ ਕਣ ਕਣ ਡੋਲ ਗਏ। ਮਾਧਵ ਟਕਟਕੀ ਬੰਦ ਕਣ ਦੇਖਿਆ, ਅਰਜੁਨ ਕੀ ਬੋਲ ਗਏ। ਹੇ ਭਾਰਤ ਮੈਨੂੰ ਪਹਿਲਾਂ ਦੱਸਦੇ, ਹੇ ਭਾਰਤ ਮੈਨੂੰ ਪਹਿਲਾਂ ਦੱਸਦੇ, ਮੈਂ ਸੰਵਾਦ ਨਹੀਂ ਕਰਦਾ, ਤੁਹਾਡੇ ਸਾਰੇ ਭਰਾਵਾਂ ਕਰਕੇ ਮੈਂ ਕੋਈ ਵਿਵਾਦ ਨਹੀਂ ਕਰਦਾ। ਪੰਚਾਲੀ ਦੇ ਸਰੀਰ ਤੋਂ ਸਾਰੀ ਖਿੱਚ ਰਹੇ ਸੀ। ਦੋਸ਼ੀ ਉਹ ਵੀ ਹੈ ਜੋ ਮੁੱਠੀਆਂ ਮੀਚ ਰਹੇ ਸੀ। ਘਰ ਦੀ ਇੱਜ਼ਤ ਬੇਇੱਜ਼ਤ ਕੋਈ ਨਹੀਂ ਬੋਲੇ, ਘਰ ਦੀ ਇੱਜ਼ਤ ਬੇਇੱਜ਼ਤ 'ਚ ਕੋਈ ਨਹੀਂ ਬੋਲੇ। ਪੁੱਤਰ ਬਹੂ ਨੂੰ ਨਿਰਵਸਤਰ ਹੁੰਦੇ ਗੰਗਾ ਪੁੱਤਰ ਨਹੀਂ ਖੋਲੇ।
ਤੂੰ ਕਾਇਰ ਬਣ ਕੇ ਬੈਠਿਆ ਏ, ਪਾਰਥ ਬੜੀ ਬੇਸ਼ਰਮੀ ਹੈ, ਸੰਬੰਧ ਉਹਨਾਂ ਨਾਲ ਨਿਭਾ ਰਿਹਾ ਜੋ ਲੋਕ ਇੱਥੇ ਅਧਰਮੀ ਨੇ। ਓਏ ਪਾਂਡੂ ਦੇ ਪੁੱਤਰ ਧਰਮ ਦਾ ਕਿਹੋ ਜਿਹਾ ਕਰਜ਼ ਉਤਾਰਿਆ ਏ, ਸੋਲੇ ਹੋਣੇ ਸੀ ਅੱਖਾਂ 'ਚ ਪਰ ਵਹਿੰਦੀ ਜਲ ਧਾਰਾਇਆ। ਗਾਂਡੀਵ ਉਠਾਨ 'ਚ ਭਾਰਤ ਜਿੰਨੀ ਵੀ ਦੇਰ ਇੱਥੇ ਹੋਵੇਗੀ, ਇੰਦਰਪ੍ਰਸਥ ਦੇ ਰਾਜ ਭਵਨ 'ਚ ਓਨੀ ਹੀ ਹਨੇਰ ਹੋਵੇਗੀ। ਇੰਦਰਪ੍ਰਸਥ ਦੇ ਰਾਜ ਭਵਨ 'ਚ ਅਧਰਮ ਧਰਮ ਦੀ ਗਹਿਰਾਈ 'ਚ ਆਪਣੇ ਆਪ ਨੂੰ ਨਾਪ ਰਿਹਾ ਅਰਜੁਨ। ਅਥਰੂ ਧਾਰਾ ਫਿਰ ਤੇਜ਼ ਹੋਈ ਤੇ ਠਰ ਕੰਬ ਰਿਹਾ ਅਰਜੁਨ। ਹੇ ਮਾਧਵ, ਮੈਨੂੰ ਦੱਸੋ ਕੁਲ ਨਾਸਕ ਕਿੱਦਾਂ ਬਣ ਜਾਵਾਂ? ਖੂਨ ਨਾ ਭਰੇ ਰਾਜ ਸਿੰਘਾਸਨ ਤੇ ਮੈਂ ਸ਼ਾਸਕ ਕਿੱਦਾਂ ਬਣ ਜਾਵਾਂ? ਕਿੱਦਾਂ ਉੱਠਣਗੇ ਹੱਥ ਉਹਨਾਂ ਤੇ ਜੋ ਹੱਥਾਂ ਨੂੰ ਚੁੰਮਦੇ ਨੇ, ਕਰਨ ਨੂੰ ਜਿਨ੍ਹਾਂ ਦਾ ਸਵਾਗਤ ਇਹ ਹੱਥ ਆਪਣੇ ਆਪ ਜੁੜ ਜਾਂਦੇ ਨੇ। ਇਨ੍ਹਾਂ ਹੱਥਾਂ ਨੇ ਬਚਪਨ 'ਚ ਸਾਰਿਆਂ ਦੇ ਪੈਰ ਦਬਾਏ ਨੇ, ਇਨ੍ਹਾਂ ਹੱਥਾਂ ਨੂੰ ਫੜ ਕੇ ਪਿਤਾ ਭੀਸ਼ਮ ਮੁਸਕਰਾਏ ਨੇ। ਆਪਣੇ ਤੀਰ ਦੀ ਨੋਕ 'ਚੋਂ ਇਨ੍ਹਾਂ ਵੱਲ ਕਰਾਂਗਾ ਮੈਂ, ਕੇਸ਼ਵ ਮੈਨੂੰ ਮੌਤ ਦੇ ਦਿਓ, ਇਹਦੇ ਤੋਂ ਪਹਿਲਾਂ ਮਰਾਂਗਾ ਮੈਂ। ਬਾਅਦ ਯੁੱਧ ਦੇ ਮੈਨੂੰ ਨਾ ਕੁਝ ਵੀ ਦਿਖਾਈ ਦਿੰਦਾ ਆ, ਮਾਧਵ ਇਹ ਰਣ ਭੂਮੀ 'ਚ ਬਸ ਨਾਸ ਦਿਖਾਈ ਦਿੰਦਾ ਆ। ਗੱਲ ਬਹੁਤ ਭਾਵੁਕ ਸੀ ਪਰ ਜਗਤ ਗੁਰੂ ਮੁਸਕਰਾਏ ਸੀ ਤੇ ਗਿਆਨ ਦੀ ਗੰਗਾ ਨਿਰੰਤਰ ਚੱਕਰਧਾਰੀ ਵਸਾਈ ਸੀ। ਮਾਧਵ ਅਰਜੁਨ ਨੂੰ ਦੱਸਦੇ ਨੇ ਕਿ ਜਨਮ ਮਰਨ ਦੀ ਯੋਧਾ ਇੱਥੇ ਚਾਹ ਨਹੀਂ ਕਰਦੇ, ਕੀ ਹੋਵੇਗਾ ਅੰਜਾਮ ਯੁੱਧ ਦਾ ਇਹ ਪਰਵਾਹ ਨਹੀਂ ਕਰਦੇ। ਭਾਰਤ ਇੱਥੇ ਕੁਝ ਨਾ ਸੋਚ, ਬਸ ਕਰਮ ਵੱਲ ਧਿਆਨ ਲਗਾ ਤੂੰ, ਬਾਅਦ ਯੁੱਧ ਦੇ ਕੀ ਅੰਜਾਮ ਇਹ ਨਾ ਅਨੁਮਾਨ ਲਗਾ ਤੂੰ। ਇਹ ਦੁਨੀਆਦਾਰੀ 'ਚ ਕੋਈ ਤੇਰੇ ਨਾਲ ਨਹੀਂ, ਨਰ ਜੀਵਨ ਦਾ ਕਰੇ ਫੈਸਲਾ, ਨਰ ਦੇ ਵੱਸ ਦੀ ਗੱਲ ਨਹੀਂ। ਤੂੰ ਨਾ ਜੀਵਨ ਦੇਣ ਵਾਲਾ ਨਾ ਹੀ ਮਾਰਨ ਵਾਲਾ ਏ, ਨਾ ਜਿੱਤ ਤੇਰੇ ਹੱਥ ਵਿੱਚ ਨਾ ਤੂੰ ਹਾਰਨ ਵਾਲਾ ਏ। ਇਹ ਜੀਵਨ ਦੀਵੇ ਦੇ ਵਾਂਗ ਇੱਦਾਂ ਹੀ ਚੱਲਦਾ ਰਹਿੰਦਾ ਏ, ਹਵਾ ਤੇਜ਼ ਨਾਲ ਬੁੱਝ ਜਾਂਦਾ ਨਹੀਂ ਤਾਂ ਜਗਦਾ ਰਹਿੰਦਾ ਏ। ਬੰਦੇ ਦੇ ਹੱਥ 'ਚ ਕੁਝ ਨਹੀਂ ਫਿਰ ਵੀ ਬੰਦਾ ਡਰਦਾ ਆ, ਬੰਦੇ ਦੇ ਹੱਥ 'ਚ ਕੁਝ ਨਹੀਂ ਫਿਰ ਵੀ ਬੰਦਾ ਡਰਦਾ ਆ। ਉਹ ਮਰ ਕੇ ਵੀ ਅਮਰ ਹੋਇਆ ਜੋ ਧਰਮ ਦੇ ਲਈ ਮਰਦਾ ਆ। ਨਾ ਸੱਤਾ ਸੁੱਖ ਨਾਲ ਹੁੰਦਾ ਆ, ਨਾ ਸਨਮਾਨਾਂ ਨਾਲ ਹੁੰਦਾ ਆ। ਜੀਵਨ ਦਾ ਸਾਰ ਸਫਲ ਸਿਰਫ ਬਲਿਦਾਨਾਂ ਨਾਲ ਹੀ ਹੁੰਦਾ ਆ। ਦੇ ਦਾਨ ਸਿਰਫ ਯੋਧਾ ਹੀ ਕਰਦੇ ਨੇ। ਜਦੋਂ ਸਾਡੇ ਸੈਨਾ ਦੇ ਜਵਾਨ, ਪੁਲਿਸ ਦੇ ਜਵਾਨ ਸ਼ਹੀਦੀ ਦਿੰਦੇ ਨੇ ਤਾਂ ਉਹਨਾਂ ਨੂੰ ਝੰਡੇ 'ਚ ਲਪੇਟ ਕੇ ਲਿਆਇਆ ਜਾਂਦਾ ਤੇ ਸਭ ਤੋਂ ਵੱਡਾ ਸਨਮਾਨ ਹੈ। ਇਹੀ ਮਾਧਵ ਜੀ ਨੇ ਕਿਹਾ ਹੋਇਆ, ਨਾ ਸੱਤਾ ਸੁੱਖ ਨਾਲ ਹੁੰਦਾ ਆ, ਨਾ ਸਨਮਾਨਾਂ ਨਾਲ ਹੁੰਦਾ ਆ। ਜੀਵਨ ਦਾ ਸਾਰ ਸਫਲ ਸਿਰਫ ਬਲਿਦਾਨਾਂ ਨਾਲ ਹੀ ਹੁੰਦਾ ਆ। ਦੇ ਦਾਨ ਸਿਰਫ ਯੋਧਾ ਹੀ ਕਰਦੇ ਨੇ, ਨਾ ਕੋਈ ਦੂਜਾ ਜਾਂਦਾ ਆ। ਰਣ ਭੂਮੀ 'ਚ ਵੀਰ ਮਰੇ ਤਾਂ ਸਰੀਰ ਵੀ ਪੂਜਿਆ ਜਾਂਦਾ ਆ। ਯੋਧਾ ਜ਼ਿੰਦਗੀ 'ਚ ਜਿਵੇਂ ਖਰਾਬ ਹਥਿਆਰ ਬਦਲਦਾ ਆ। ਇਸ ਕਵਿਤਾ ਦੀਆਂ ਸਰਵਸ਼੍ਰੇਸ਼ਟ ਲਾਈਨਾਂ ਰੱਖ ਰਿਹਾ ਤੁਹਾਡੇ ਸਾਹਮਣੇ ਕਿ ਯੋਧਾ ਜ਼ਿੰਦਗੀ 'ਚ ਜਿਵੇਂ ਖਰਾਬ ਹਥਿਆਰ ਬਦਲਦਾ ਆ। ਆਦਮੀ ਜਿਵੇਂ ਆਪਣੀ ਜ਼ਿੰਦਗੀ 'ਚ ਮੈਲੇ ਕੱਪੜੇ ਬਦਲਦਾ ਆ, ਉੱਦਾਂ ਮਨੁੱਖ ਦੀ ਆਤਮਾ ਇਹ ਸਰੀਰ ਬਦਲਦੀ ਆ। ਅੱਗੇ ਅਰਜੁਨ ਕਹਿੰਦੇ ਨੇ ਕਿ ਇਹ ਮਾਣ ਤੇ ਸਨਮਾਨ ਦੱਸੋ, ਜੀਵਨ ਦੇ ਅਪਮਾਨ ਦੱਸੋ। ਜੀਵਨ ਮ੍ਰਿਤਿਉ ਕੀ ਆ ਮਾਧਵ, ਯੁੱਧ 'ਚ ਜੀਵਨ ਦਾਨ ਦੱਸੋ। ਕੰਮ ਕਰੋ ਦੀ ਗੱਲ ਦੱਸੋ, ਹਾਂ ਮੈਨੂੰ ਉੱਤਮ ਕੰਮ ਦੱਸੋ। ਖੁਦ ਨੂੰ ਈਸ਼ਵਰ ਕਹਿੰਦੇ ਹੋ ਤਾਂ ਜਲਦੀ ਆਪਣਾ ਨਾਮ ਦੱਸੋ। ਇੰਨਾ ਸੁਣਦੇ ਹੀ ਮਾਧਵ ਦਾ ਧੀਰਜ ਪੂਰਾ ਡੋਲ ਗਿਆ। ਕਿੰਨਾ ਲੋਕਾਂ ਦਾ ਸਵਾਮੀ ਫਿਰ ਪੂਰੇ ਗੁੱਸੇ 'ਚ ਬੋਲ ਪਿਆ। ਕਿਹਾ ਕੰਨ ਖੋਲ ਕੇ ਸੁਣ ਭਾਰਤ, ਕਿਹਾ ਕੰਨ ਖੋਲ ਕੇ ਸੁਣ ਭਾਰਤ, ਮੈਂ ਹੀ ਤ੍ਰੇਤਾ ਦਾ ਰਾਮ ਹਾਂ। ਕ੍ਰਿਸ਼ਨ ਮੈਨੂੰ ਸਾਰੇ ਕਹਿੰਦੇ ਨੇ, ਦਵਾਰਕਾ ਦਾ ਮੈਂ ਸਾਮ ਹਾਂ। ਰੂਪ ਕਦੇ ਇਸਤਰੀ ਦਾ ਰੱਖ ਕੇ ਮੈਂ ਹੀ ਕੇਸ ਬਦਲਦਾ ਹਾਂ। ਧਰਮ ਬਚਾਉਣ ਦੀ ਖਾਤਰ ਮੈਂ ਅਣਗਿਣਤ ਭੇਸ ਬਦਲਦਾ ਹਾਂ। ਵਿਸ਼ਨੂੰ ਜੀ ਦਾ ਦਸਮ ਰੂਪ ਮੈਂ ਪਰਸ਼ੂਰਾਮ ਮਤਵਾਲਾ ਹਾਂ। ਨਾਗ ਕਾਲੀਆ ਦੇ ਫੰਤੇ ਮਰਥਨ ਕਰਨ ਵਾਲਾ ਹਾਂ। ਬਾਕਾਸੁਰ ਤੇ ਮਹਿਸਾਸੁਰ ਨੂੰ ਮੈਂ ਜਿੰਦਾ ਕਰ ਦਿੱਤਾ। ਬਾਕਾਸੁਰ ਤੇ ਮਹਿਸਾਸੁਰ ਨੂੰ ਮੈਂ ਜਿੰਦਾ ਕਰ ਦਿੱਤਾ। ਨਰਸਿੰਘ ਬਣ ਕੇ ਧਰਮ ਦੇ ਖਾਤਰ ਹਿਰਨਾਕਸ਼ਿਪ ਫਾੜ ਦਿੱਤਾ। ਨਰਸਿੰਘ ਬਣ ਕੇ ਧਰਮ ਦੀ ਖਾਤਰ ਹਿਰਨਾਕਸ਼ਿਪ ਫਾੜ ਦਿੱਤਾ। ਰੱਥ ਨਹੀਂ ਕਿਤੇ ਵੀ ਚੱਲਦਾ ਹੈ, ਮੈਂ ਹੀ ਅੱਗੇ ਵੱਧਦਾ ਹਾਂ। ਗਾਂਡੀਵ ਹੱਥ 'ਚ ਤੇਰੇ ਆ ਪਰ ਰਣਭੂਮੀ 'ਚ ਮੈਂ ਲੜਦਾ ਹਾਂ। ਗਾਂਡੀਵ ਹੱਥ 'ਚ ਤੇਰੇ ਆ ਪਰ ਰਣਭੂਮੀ 'ਚ ਮੈਂ ਲੜਦਾ ਹਾਂ। ਜਿਵੇਂ ਹੀ ਮੇਰੇ ਮਾਧਵ ਦਾ ਕੱਦ ਥੋੜ੍ਹਾ ਵੱਡਾ ਹੋਇਆ, ਸਹਿਮਾ ਸੀ ਅਰਜੁਨ ਇੱਕਦਮ ਰੱਥ ਤੋਂ ਖੜਾ ਹੋਇਆ। ਮਾਂ ਗੀਤਾ ਦੇ ਗਿਆਨ ਦਾ ਪ੍ਰਭਾਵ ਸਿੱਧਾ ਦਿਲ 'ਤੇ ਹੋਇਆ। ਮੌਤ ਦੇ ਆਗਮਨ ਵੱਲ ਅਰਜੁਨ ਫਿਰ ਤਿਆਰ ਹੋਇਆ ਕਿ ਜਿੰਨੇ ਇੱਥੇ ਅਧਰਮੀ ਨੇ ਚੁਣ ਕੇ ਉਹਨਾਂ ਨੂੰ ਸਜ਼ਾ ਦੇਵਾਂਗਾ। ਇੰਨਾ ਖੂਨ ਵਹਾਵਾਂਗਾ ਕਿ ਧਰਤੀ ਮਾਂ ਦੀ ਪਿਆਸ ਬੁਝਾਵਾਂਗਾ। ਜਿੱਧਰ ਤੀਰ ਚਲੇ ਪਾਰਥ ਦਾ ਸਾਰੇ ਪਿੱਛੇ ਹਟ ਜਾਂਦੇ ਸੀ। ਰਣਭੂਮੀ ਦੇ ਕੋਨੇ ਲਾਸ਼ਾਂ ਨਾਲ ਵਿਸ ਜਾਂਦੇ ਸੀ। ਧਰਮਰਾਜ ਦੇ ਸਿਰ ਉੱਤੇ ਰਾਜ ਮੁਕਟ ਦੀ ਸਾਇਆ ਸੀ।
ਧਰਮਰਾਜ ਦੇ ਸਿਰ ਉੱਤੇ ਰਾਜਮੁਕਟ ਦੀ ਸਾਇਆ ਸੀ, ਪਰ ਸਾਰੀ ਦੁਨੀਆ ਜਾਣਦੀ ਸੀ ਇਹ ਬਸ ਕੇਸਵ ਦੀ ਮਾਇਆ ਸੀ। ਤੇ ਧਰਮ ਕੀਤਾ ਸਥਾਪਿਤ ਜਿਨ੍ਹੇ ਦਾਤਾ ਦਿਆ ਨਿਧਾਨ ਦੀ ਜੈ। ਹੱਥ ਖੜੇ ਕਰਕੇ ਸਾਰੇ ਬੋਲੋ ਚੱਕਰਧਾਰੀ ਭਗਵਾਨ ਦੀ ਜੈ, ਚੱਕਰਧਾਰੀ ਭਗਵਾਨ ਦੀ ਜੈ। ਜੈ ਸ਼੍ਰੀ ਕ੍ਰਿਸ਼ਨ।